ਨਮਸਕਾਰ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤਾ ਸਕਸੈਨਾ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੌਰਾਨ ਲੋਕਲ ਲਈ ਵੋਕਲ ਹੋਣ ਦਾ ਸੱਦਾ ਦਿੱਤਾ। ਉੱਤਰ ਪ੍ਰਦੇਸ਼ ਵਿੱਚ ਪੰਜਵੇਂ ਗੇੜ ਤਹਿਤ ਅੱਜ 61 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ। ਜੰਗ ਨਾਲ ਪ੍ਰਭਾਵਿਤ ਯੂਕਰੇਨ ਤੋਂ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ। ਰੋਪੜ ਜ਼ਿਲ੍ਹੇ ਦੇ 2 ਵਿਦਿਆਰਥੀ ਆਪਣੇ ਘਰ ਪਰਤੇ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ। ਅੱਜ ਤੋਂ 3 ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪਿਲਾਈਆਂ ਜਾ ਰਹੀਆਂ ਨੇ ਪੋਲੀਓ ਦੀਆਂ ਬੂੰਦਾਂ। ਪੰਜਾਬ ਵਿੱਚ ਵੀ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ। ਸੂਬੇ ਭਰ ਵਿੱਚ 24,500 ਪੋਲੀਓ ਬੂਥ ਸਥਾਪਿਤ ਕੀਤੇ ਗਏ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਹਰ ਖੇਤਰ ਵਿੱਚ ਪੁਰਾਣੀਆਂ ਮਿੱਥਾਂ ਨੂੰ ਤੋੜ ਕੇ ਅੱਗੇ ਵਧ ਰਹੀਆਂ ਨੇ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੀ 86ਵੀਂ ਕੜੀ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕਿੱਲ ਇੰਡੀਆ ਤੋਂ ਲੈ ਕੇ ਛੋਟੀਆਂ ਸਨਅਤਾਂ ਤੱਕ ਮਹਿਲਾਵਾਂ ਨੇ ਹਰ ਜਗ੍ਹਾ ਮੋਰਚਾ ਸੰਭਾਲਿਆ ਹੋਇਆ ਹੈ। ਉਹਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ ਹਰ ਖੇਤਰ ਵਿੱਚ ਮਹਿਲਾਵਾਂ ਅੱਗੇ ਵਧ ਰਹੀਆਂ ਨੇ। साहस, कौशल और प्रतिभा से जुड़े कितने ही उदाहरण हम मन की बात में लगातार साझा करते रहे हैं। आज चाहे स्किल इंडिया हो, सेल्फ हेल्प ग्रुप हो या छोटे बड़े उद्योग हो, महिलाओं ने हर जगह मोर्चा संभाला हुआ है। आप किसी भी क्षेत्र में देखिए, महिलाएं पुराने मिथकों को तोड़ रही हैं। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਧੀਆਂ ਹੁਣ ਦੇਸ਼ ਦੀ ਰਾਖੀ ਵੀ ਕਰ ਰਹੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਗਣਤੰਤਰ ਦਿਵਸ ਤੇ ਦੇਸ਼ ਦੀਆਂ ਧੀਆਂ ਵੱਲੋਂ ਲੜਾਕੂ ਜਹਾਜ਼ ਉਡਾਉਣ ਦੀ ਉਦਾਹਰਣ ਵੀ ਸਾਂਝੀ ਕੀਤੀ। ਉਹਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦੀ ਸਫਲਤਾ ਕਰਕੇ ਦੇਸ਼ ਵਿੱਚ ਲਿੰਗ ਅਨੁਪਾਤ ਸੁਧਰਿਆ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ 3 ਤਲਾਕ ਜਿਹੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਦਾ ਵੀ ਜ਼ਿਕਰ ਕੀਤਾ। सेना में भी बेटियां अब नई और बड़ी भूमिकाओं में जिम्मेदारी निभा रही हैं और देश की रक्षा कर रही है। पिछले महीने गणतंत्र दिवस पर हमने देखा कि आधुनिक फाइटर प्लेन्स को भी बेटियां उड़ा रही है। देश ने सैनिक स्कूलों में भी बेटियों के एडमिशन पर रोक हटाई और पूरे देश में बेटियां सैनिक स्कूलों में दाखिला ले रही हैं। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਸੁਖਾਲੇਪਨ ਅਤੇ ਸਰਲਤਾ ਵਿੱਚ ਤਕਨਾਲੋਜੀ ਨੇ ਕਾਫੀ ਜਗ੍ਹਾ ਬਣਾ ਲਈ ਹੈ। ਭਲਕੇ 28 ਫਰਵਰੀ ਨੂੰ ਕੌਮੀ ਵਿਗਿਆਨ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਟਾਰਟਅਪਸ ਨੂੰ ਹੁਨਰ ਅਤੇ ਵਿਗਿਆਨਕ ਕਰੈਕਟਰ ਦਾ ਇਸਤੇਮਾਲ ਰਾਸ਼ਟਰ ਨਿਰਮਾਣ ਦੇ ਕੰਮਾਂ ਵਿੱਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੇਸ਼ ਦੀ ਵਿਗਿਆਨ ਯਾਤਰਾ ਨੂੰ ਸਫਲ ਬਣਾਉਣ ਲਈ ਸਰ CV ਰਮਨ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਂਦੇ ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਲੋਕਲ ਲਈ ਵੋਕਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਥਾਨਕ ਉਤਪਾਦਾਂ ਦੀ ਖਰੀਦਦਾਰੀ ਨਾਲ ਅਸੀਂ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਰੰਗ ਭਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਜਿੰਨੀ ਸਫਲਤਾ ਨਾਲ ਕਰੋਨਾ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਸ ਨਾਲ ਤਿਉਹਾਰਾਂ ਵਿੱਚ ਜੋਸ਼ ਵੀ ਕਈ ਗੁਣਾ ਵੱਧ ਗਿਆ ਹੈ, ਪਰ ਇਸ ਦੌਰਾਨ ਸਾਨੂੰ ਸਾਵਧਾਨੀ ਦੀ ਵੀ ਵਰਤਣੀ ਚਾਹੀਦੀ ਹੈ। मार्च के महीने में अनेक पर्व त्योहार आ रहे हैं। शिवरात्रि है और कुछ दिन बाद आप सब होली की तैयारी में जुट जाएंगे। होली हमें एक सूत्र में पिरोने वाला त्योहार है। इसका सबसे महत्वपूर्ण तरीका भी आपको याद रखना है। ये तरीका है वोकल फॉर लोकल के साथ त्योहार मनाने का। ਹੈ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਵਿੱਚ ਆਯੁਰਵੇਦ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਯੁਸ਼ ਮੰਤਰਾਲੇ ਦੇ ਗਠਨ ਨਾਲ ਡਾਕਟਰੀ ਇਲਾਜ ਅਤੇ ਸਿਹਤ ਨਾਲ ਜੁੜੇ ਢੰਗ ਤਰੀਕੇ ਨੂੰ ਹਰਮਨ ਪਿਆਰਾ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਨੇ ਆਯੁਰਵੇਦ ਦੇ ਖੇਤਰ ਵਿੱਚ ਨਵੇਂ ਸਟਾਰਟਅਪ ਬਣਨ ਤੇ ਖੁਸ਼ੀ ਵੀ ਜ਼ਾਹਰ ਕੀਤੀ। पिछले 7 वर्षों में देश में आयुर्वेद के प्रचार प्रसार पर बहुत ध्यान दिया गया है। आयुष मंत्रालय के गठन से चिकित्सा और स्वास्थ्य से जुड़े हमारे पारंपरिक तरीकों को लोकप्रिय बनाने के संकल्प को और मजबूती मिली है।
ਪ੍ਰਧਾਨ ਮੰਤਰੀ ਨੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਾਤ ਭਾਸ਼ਾ ਦੀ ਲੋੜ ਤੇ ਪ੍ਰਭਾਵ ਬਾਰੇ ਵੀ ਗੱਲ ਕੀਤੀ। ਉਹਨੇ ਕਿਹਾ ਕਿ ਮਾਂ ਤੇ ਮਾਤ ਭਾਸ਼ਾ ਦੋਵੇਂ ਮਿਲ ਕੇ ਜੀਵਨ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਂਦੇ ਨੇ। ਉਹਨੇ ਕਿਹਾ ਕਿ ਜਿਵੇਂ ਅਸੀਂ ਆਪਣੀ ਮਾਂ ਨੂੰ ਕਦੇ ਨਹੀਂ ਛੱਡ ਸਕਦੇ, ਉਵੇਂ ਹੀ ਆਪਣੀ ਮਾਤ ਭਾਸ਼ਾ ਨੂੰ ਛੱਡਿਆ ਨਹੀਂ ਜਾ ਸਕਦਾ। ਦੇਸ਼ ਵਿੱਚ ਭਾਸ਼ਾਈ ਭਿੰਨਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਵਿਲੱਖਣਤਾ ਹੈ ਕਿ ਸਾਡੇ ਇੱਥੇ ਭਾਸ਼ਾਵਾਂ ਅਨੇਕ ਅਤੇ ਭਾਵ ਇੱਕ ਹੈ। अभी कुछ दिन पहले ही हमने मातृभाषा दिवस मनाया। जो विद्वान लोग हैं वो मातृभाषा शब्द कहाँ से आया, इसकी उत्पत्ति कैसे हुई, इसे लेकर बहुत एकेडमिक इनपुट दे सकते हैं। मैं तो मातृभाषा के लिए यही कहूँगा कि जैसे हमारे जीवन को हमारी माँ गढ़ती है, वैसे ही मातृभाषा भी हमारे जीवन को गढ़ती है। माँ और मातृभाषा दोनों मिलकर जीवन की फाउंडेशन को मजबूत बनाते हैं। ਉੱਤਰ ਪ੍ਰਦੇਸ਼ ਵਿੱਚ ਆਮ ਵਿਧਾਨ ਸਭਾ ਚੋਣਾਂ ਲਈ 5ਵੇਂ ਗੇੜ ਤਹਿਤ ਅੱਜ ਵੋਟਾਂ ਪਵਾਈਆਂ ਗਈਆਂ। ਵੋਟਾਂ ਪਾਉਣ ਦਾ ਕੰਮ ਕੁੱਲ ਮਿਲਾ ਕੇ ਅਮਨ ਅਮਾਨ ਨਾਲ ਮੁਕੰਮਲ ਹੋਇਆ। 12 ਜ਼ਿਲ੍ਹਿਆਂ ਵਿੱਚ ਪੈਂਦੇ 61 ਵਿਧਾਨ ਸਭਾ ਹਲਕਿਆਂ ਵਿੱਚ ਦੁਪਹਿਰ 5 ਵਜੇ ਤੱਕ 53.98% ਮਤਦਾਨ ਦਰਜ ਕੀਤਾ ਗਿਆ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਵੋਟਾਂ ਪਵਾਈਆਂ ਗਈਆਂ ਉਹਨਾਂ ਵਿੱਚ ਸਰਵਸਤੀ, ਬਹਿਰਾइच, बाराबंकी, अयोध्या, अमेठी, रायबरेली, सुल्तानपुर, गोंडा, प्रतापगढ़, कौशांबी, प्रयागराज ਅਤੇ चित्रकूट शामिल ਨੇ। ਅੱਜ ਦੇ ਗੇੜ ਦੌਰਾਨ ਵੋਟਰਾਂ ਵੱਲੋਂ ਚੋਣ ਮੈਦਾਨ ਵਿੱਚ ਨਿਤਰੇ 693 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਗਿਆ। ਉੱਤਰ ਪ੍ਰਦੇਸ਼ ਵਿੱਚ 7 ਗੇੜਾਂ ਤਹਿਤ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਹਰ ਪੋਲਿੰਗ ਸਟੇਸ਼ਨ ਤੇ ਈਵੀਐਮ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਵੀ ਲਗਾਈਆਂ ਜਾ ਰਹੀਆਂ ਨੇ। ਮਣੀਪੁਰ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਭਲਕੇ 38 ਵਿਧਾਨ ਸਭਾ ਖੇਤਰਾਂ ਵਿੱਚ ਵੋਟਾਂ ਪਵਾਈਆਂ ਜਾਣਗੀਆਂ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਵੋਟਾਂ ਪਾਉਣ ਦੇ ਕੰਮ ਲਈ ਸੂਬੇ ਭਰ ਵਿੱਚ 1721 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਚੋਣ ਅਮਲ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਫਲ ਪ੍ਰਬੰਧ ਕੀਤੇ ਗਏ ਨੇ ਤੇ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ। ਮਣੀਪੁਰ ਵਿੱਚ ਮਤਦਾਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾਵੇਗਾ। ਭਾਰਤ ਸਰਕਾਰ ਵੱਲੋਂ ਜੰਗ ਨਾਲ ਪੀੜਿਤ ਯੂਕਰੇਨ ਤੋਂ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ। ਆਪਰੇਸ਼ਨ ਗੰਗਾ ਤਹਿਤ ਯੂਕਰੇਨ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ 에ਅਰ ਇੰਡੀਆ ਦੇ ਜਹਾਜ਼ ਨੇ ਬੁਖਾਰੈਸਟ ਤੋਂ ਨਵੀਂ ਦਿੱਲੀ ਲਈ ਉਡਾਨ ਭਰੀ। ਇਸ ਆਪਰੇਸ਼ਨ ਤਹਿਤ 에ਅਰ ਇੰਡੀਆ ਦੀ ਇਹ ਚੌਥੀ ਉਡਾਨ ਹੈ। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਇਸ ਉਡਾਨ ਰਾਹੀਂ 198 ਭਾਰਤੀ ਨਾਗਰਿਕ ਆਪਣੇ ਵਤਨ ਵਾਪਸ ਆ ਰਹੇ ਨੇ। ਇਸ ਤੋਂ ਪਹਿਲਾਂ ਅੱਜ ਸਵੇਰੇ ਯੂਕਰੇਨ ਵਿੱਚ ਰਹਿ ਰਹੇ 240 ਭਾਰਤੀ ਨਾਗਰਿਕਾਂ ਨੂੰ ਲੈ ਕੇ 에ਅਰ ਇੰਡੀਆ ਦੀ ਇੱਕ ਫਲਾਈਟ ਨਵੀਂ ਦਿੱਲੀ ਪੁੱਜੀ। ਭਾਰਤੀ ਨਾਗਰਿਕਾਂ ਦਾ ਇਹ ਬੈਚ ਪਹਿਲਾਂ ਯੂਕਰੇਨ ਤੋਂ ਯੂਕਰੇਨ ਹੰਗਰੀ ਸਰਹੱਦ ਰਾਹੀਂ ਬੁਡਾਪੇਸਟ ਆਇਆ, ਜਿੱਥੋਂ ਉਨ੍ਹਾਂ 에ਅਰ ਇੰਡੀਆ ਲਈ ਫਲਾਈਟ ਫੜੀ। ਜ਼ਿਕਰਯੋਗ ਹੈ ਕਿ ਯੂਕਰੇਨ ਵਿੱਚ ਸ਼ਹਿਰੀ ਉਡਾਨਾਂ ਲਈ 에ਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ਤੋਂ ਵਤਨ ਲਿਆਂਦੇ ਗਏ ਵਿਦਿਆਰਥੀ ਪੰਜਾਬ ਨਾਲ ਵੀ ਸੰਬੰਧਿਤ ਨੇ। ਅੱਜ ਯੂਕਰੇਨ ਵਿੱਚ ਪੜ੍ਹਾਈ ਕਰਨ ਗਏ ਆਦਰਸ਼ ਜਸਵਾਲ ਦੀ ਰੋਪੜ ਜ਼ਿਲ੍ਹੇ ਦੇ ਨੰਗਲ ਘਰ ਵਾਪਸੀ ਹੋਈ। ਆਦਰਸ਼ ਜਸਵਾਲ ਦੇ ਘਰ ਖੁਸ਼ੀ ਦਾ ਮਾਹੌਲ ਸੀ ਤੇ ਸਾਰਿਆਂ ਨੇ ਉਸਦੇ ਸੁਰੱਖਿਅਤ ਘਰ ਪਰਤਣ ਤੇ ਵੱਡੀ ਰਾਹਤ ਮਹਿਸੂਸ ਕੀਤੀ। ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥਣ ਅੰਕਿਤਾ ਨੇ ਵੀ ਘਰ ਵਾਪਸੀ ਕੀਤੀ। ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਵਿਦਿਆਰਥੀ ਜੰਗ ਦੇ ਮਾਹੌਲ ਵਿੱਚ ਮੌਤ ਦੇ ਸਾਏ ਹੇਠ ਰਹਿ ਰਹੇ ਸਨ। ਇਹਨਾਂ ਵਿਦਿਆਰਥੀਆਂ ਨੇ ਉਹਨਾਂ ਨੂੰ ਵਤਨ ਵਾਪਸ ਲਿਆਉਣ ਤੇ ਯੂਕਰੇਨ ਸਥਿਤ ਭਾਰਤੀ ਅੰਬੈਸੀ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। तो मैं ये अभी फ़िलहाल थैंक्स करना चाहता हूँ इंडियन एम्बेसी को, थैंक्स करना चाहता हूँ डॉक्टर सुनील को फ्रॉम एमडी हाउस, and thanks to Modi government because they helped me a lot, and thanks to the faculty of the Air India. Their service is really very helpful to us, their food supplements and everything, and I'm sure that they will figure out and they will evacuate every student from the Ukraine. ਪੰਜਾਬ ਵਿੱਚ ਅੱਜ ਤੋਂ 3 ਰੋਜ਼ਾ ਕੌਮੀ ਪਲਸ ਪੋਲੀਓ ਮੁਹਿੰਮ ਸ਼ੁਰੂ ਹੋਈ। ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜਕਮਲ ਚੌਧਰੀ ਨੇ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਕੁਝ ਨਵਜਨਮੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਓਪੀ ਗੋਜਰਾ ਅਤੇ ਸਿਹਤ ਡਾਇਰੈਕਟਰ ਡਾਕਟਰ ਜੀ.ਬੀ. ਸਿੰਘ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਕਮਲ ਚੌਧਰੀ ਨੇ ਦੱਸਿਆ ਕਿ ਸੂਬੇ ਵਿੱਚ ਪਲਸ ਪੋਲੀਓ ਮੁਹਿੰਮ ਦੌਰਾਨ 5 ਸਾਲ ਤੱਕ ਦੀ ਉਮਰ ਦੇ 31 ਲੱਖ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ 100% ਦਾ ਟੀਚਾ ਹਾਸਲ ਕਰਨ ਲਈ ਪੰਜਾਬ ਭਰ ਵਿੱਚ 24,500 ਪੋਲੀਓ ਬੂਥ ਸਥਾਪਿਤ ਕੀਤੇ ਗਏ ਨੇ। ਮੋਬਾਈਲ ਟੀਮਾਂ ਤੋਂ ਇਲਾਵਾ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਆਦਿ ਜਨਤਕ ਥਾਵਾਂ ਤੇ 800 ਟ੍ਰਾਂਜ਼ਿਟ ਕੈਂਪ ਵੀ ਲਗਾਏ ਗਏ ਨੇ।
ਪਲਸ ਪੋਲੀਓ ਮੁਹਿੰਮ ਦੌਰਾਨ ਸਿਹਤ ਵਿਭਾਗ ਵੱਲੋਂ ਝੁੱਗੀ ਝੋਪੜੀ, ਇੱਟਾਂ ਦੇ ਪੱਠਿਆਂ ਅਤੇ ਉਸਾਰੀ ਵਾਲੀਆਂ ਥਾਵਾਂ ਨੂੰ ਕਵਰ ਕਰਨ ਨੂੰ ਖਾਸ ਤੌਰ ਤੇ ਯਕੀਨੀ ਬਣਾਇਆ ਜਾ ਰਿਹਾ ਹੈ। ਪਹਿਲੇ ਦਿਨ ਜੋ ਵੀ ਬੱਚੇ ਪੋਲੀਓ ਖੁਰਾਕ ਲੈਣ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੂੰ ਅਗਲੇ 2 ਦਿਨਾਂ ਦੌਰਾਨ ਘਰੋਂ ਘਰੀ ਜਾ ਕੇ ਪੋਲੀਓ ਦਵਾਈ ਪਿਲਾਈ ਜਾਵੇਗੀ। ਅਸੀਂ ਇੱਕ ਬਹੁਤ ਵੱਡੇ ਪੱਧਰ ਤੇ ਔਰ 100% ਕਵਰੇਜ ਜਿਹੜੀ ਸਾਡੀ ਟਾਰਗੇਟ ਪੋਪੂਲੇਸ਼ਨ 5 ਸਾਲ ਤੋਂ ਘੱਟ ਬੱਚਿਆਂ ਦੀ ਹੈ ਉਹ ਤਕਰੀਬਨ 31 ਲੱਖ ਹੈ ਪੰਜਾਬ ਦੀ, ਉਹ ਸਾਰਿਆਂ ਨੂੰ ਅਸੀਂ ਕਵਰ ਕਰਨਾ ਹੈਗਾ। ਇਸੇ ਤਰ੍ਹਾਂ ਟ੍ਰਾਂਜ਼ਿਟ ਟੀਮਸ ਦੀ ਅਸੀਂ ਤਕਰੀਬਨ 800 ਦੇ ਬਣਾਏ ਹੈਗੇ ਆ, ਉਹਨਾਂ ਵਿੱਚ ਰੇਲਵੇ ਸਟੇਸ਼ਨਸ, ਬੱਸ ਸਟੈਂਡਸ ਵਗੈਰਾ ਇਸ ਤਰ੍ਹਾਂ ਦੇ ਜਿੱਥੇ ਲੋਕੀ ਆਉਂਦੇ ਜਾਂਦੇ ਹੈਗੇ ਉੱਥੇ ਵੀ ਅਸੀਂ ਕਵਰੇਜ ਪੂਰੇ 100% ਕਵਰੇਜ ਵਾਸਤੇ ਉਹਨਾਂ ਦੀ ਟੀਮਸ ਨੂੰ ਲਗਾਇਆ ਹੈਗਾ। इधर जलंधर विच भी जिले के सिविल सर्जन डॉक्टर रणजीत सिंह कोतरा वालों पल्स पोलियो मुहिम की शुरुआत की गई। सिविल सर्जन ने 5 साल तक की उम्र के बच्चों को पोलियो दी बूंदां पिलाईयां। उन्होंने लोगों को लाजमी तौर पर अपने बच्चों को पोलियो की खुराक पिलाने की अपील की। उन्होंने दस्सिया कि पल्स पोलियो मुहिम तहत 3 दिनों दौरान जिले भर में बूथ लगा के 2,17,368 बच्चों को पोलियो बूंदां पिलाने का टीचा मिथ्या गया है। जिले के ਵੱਖ-ਵੱਖ हिस्सों में पोलियो बूंदां पिलाने लिए 1006 बूथ लगाए गए हैं। डॉक्टर रणजीत सिंह ने दस्सिया कि भलके सेहत विभाग दी 60 मोबाइल टीमां वालों घरों घरी जाके बच्चों को पोलियो टीके की खुराक दी जाएगी। ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡਾ ਜੋ ਟਾਰਗੇਟ ਹੈ ਉਹ ਹੈ 2,17,368 ਬੱਚਿਆਂ ਨੂੰ ਅਸੀਂ ਬੂੰਦਾਂ ਪਿਲਾਉਣੀਆਂ ਹਨ, ਜਿਸ ਦੇ ਲਈ ਅੱਜ ਬੂਥ ਡੇ ਹੈ। 1006 ਬੂਥ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਜ ਅਸੀਂ ਐਸਟੈਬਲਿਸ਼ ਕੀਤੇ ਹਨ ਔਰ ਇਸੇ ਤਰ੍ਹਾਂ ਹੀ ਨੰਬਰ ਆਫ ਹਾਊਸਸ ਜਿਹੜੇ ਅਸੀਂ ਕਵਰ ਕਰਨੇ ਹਨ ਉਹ ਹਨ 5,12,825। ਸੋ ਇਹ 1991 ਟੀਮਾਂ ਦੇ ਦੁਆਰਾ ਕੱਲ ਔਰ ਪਰਸੋਂ ਹਾਊਸ ਟੂ ਹਾਊਸ ਐਕਟੀਵਿਟੀ ਦੇ ਵਿੱਚ ਕਵਰ ਕੀਤੇ ਜਾਣਗੇ। ਟੋਟਲ ਟੀਮ ਸਾਡੀਆਂ ਜਿਹੜੀਆਂ ਹਨ ਮੋਬਾਈਲ ਟੀਮਸ ਨੂੰ ਇਨਕਲੂਡ ਕਰਕੇ ਜੋ ਕਿ 60 ਹਨ, 2,077 ਹਨ। भारत ते श्रीलंका दी टीमां विचाले मौजूदा T20 क्रिकेट लड़ी का तीजा ते अंतिम मैच अज धर्मशाला विच खेडिया जा रहा है। श्रीलंका ने टॉस जीत के पहला बल्लेबाजी करदियां 20 ओवरां दे विच 146 दौड़ां बनाईयां सन अते भारत सामने जित लई 147 दौड़ां दा टीचा रखिया है। खबरां लिखे जाण तक भारत के 2 खिडारियां दे नुकसान ते 86 दौड़ां बना लईयां सन। पहले 2 T20 मैचां विच भारत ने मेहमान टीम नूं वड्डे फर्क नाल हराया। इस तरह भारत यह लड़ी पहला ही अपने नाम कर चुका है। अज का T20 मैच जित के भारतीय टीम इस लड़ी में हुंजा फेर जित हासिल करने की कोशिश करेगी। भारत ते श्रीलंका विचाले 2 टैसट मैचों की लड़ी भी खेडी जानी है। पहला टैसट मैच 4 मार्च तो मोहाली के IS बिंद्रा क्रिकेट स्टेडियम में खेडिया जाएगा, जबकि दूजा टैसट मैच 12 मार्च तो बेंगलुरु क्रिकेट स्टेडियम में होगा। पंजाब में बीते 24 घंटे दौरान कुछ थाई हल्की तो दरमियानी वर्खा दर्ज की गई। इस दौरान लुधियाना जिले के कुछ एक हिस्सों में गड़ेमारी दी खबरां भी सामने आईयां। कुछ दिन मौसम खराब होने तो बाद अज सूबे के ਵੱਖ-ਵੱਖ हिस्सों में मौसम खुश्क रहा और चंगी धुप निकली। मोगा में घट्टो घट्ट तापमान 5.7 डिग्री सैल्सीयस दर्ज किया गया, जो सूबे में सब तो घट रहा। उधर बठिंडा में वात तापमान 21.9 डिग्री सैल्सीयस दर्ज होया। चंडीगढ़ स्थित मौसम विभाग के दफ्तर ने पंजाब भर में 1 मार्च तक मौसम इस तरह खुश्क रहने की भविष्यवाणी की है, जबकि 2 और 3 मार्च को दुआबा खेतर और पश्चिमी मालवा के कुछ हिस्सों को छड़ के इन्हां 2 दिनों दौरान कई थाई वर्खा होने की संभावना है। खबरों के बुलेटिन साडे दर्शक RNU DD के जलंधर के YouTube चैनल, फेसबुक पेज और ट्विटर हैंडल से भी वेख सकते हैं। इस दे नाल ही खबरों का यह बुलेटिन खत्म होंदा है ते इजाजत दिओ। मैं हुण मास्क लगा के स्टूडियो तो बाहर जा रही हूँ। तुसीं भी घरों बाहर निकलण लग्गिया मास्क जरूर पहनो। नमस्कार।